ਮੈਂ ਪੇ ਲੈਣ ਗਈ ਤੇ ਮੈਨੂੰ ਕਹਿੰਦੇ ਨੇ ਤੁਸੀਂ ਰਿਟਾਇਰ ਹੋ ਗਏ ਹੋ ਤੇ ਡੇਲੀ ਵੇਜ ਨੂੰ ਤਾਂ ਰਿਟਾਇਰ ਕਰਦੇ ਹੀ ਨਹੀਂ ਹੈ। ਬੜਾ ਹੀ ਰੋਈ, ਮੇਰੀਆਂ ਬੇਟੀਆਂ ਵੀ ਰੋਈਆਂ, ਮੈਂ ਬੜਾ ਹੀ ਰੋਈ। ਮੈਂ ਇੱਕ ਮੁੰਡੇ ਨੂੰ ਫੋਨ ਕੀਤਾ ਇੱਥੇ ਲੀਡਰ ਨੂੰ, ਮੈਂ ਕਿਹਾ ਮੈਨੂੰ ਕੱਢ ਦਿੱਤਾ ਜੇ। ਇਹਨਾਂ ਨੇ ਫਿਰ ਦੌੜ ਭੱਜ ਕਰਕੇ ਫਿਰ ਹੜਤਾਲ ਬਿਠਾਈ। ਮੇਰਾ ਬੇਟਾ ਵੀ ਨਹੀਂ ਤੇ ਨਾ ਮੇਰਾ ਆਦਮੀ ਹੈ, ਮੈਂ ਇਕੱਲੀ ਕਮਾਉਣ ਵਾਲੀ ਹਾਂ। ਇੱਕ ਕਮਰਾ ਹੈ, ਨਾ ਰਸੋਈ ਹੈ, ਨਾ ਚੜ੍ਹਨ ਨੂੰ ਉੱਪਰ ਸੀੜੀ ਹੈ। ਮੈਂ ਕਿਸ ਨੂੰ ਰੋਟੀ ਖਾਣੀ ਜੇ? ਯਾਨੀ ਇਸ 9000 ਦੇ ਨਾਲ ਹੀ ਤੁਹਾਡਾ ਘਰ ਚੱਲਦਾ ਹੈ? ਹਾਂਜੀ, ਮੇਰਾ ਆਦਮੀ ਵੀ ਮਰ ਗਿਆ, ਮੇਰਾ ਬੇਟਾ ਵੀ ਮਰ ਗਿਆ ਸੀ। ਮੇਰੇ ਘਰ ਦੇ ਕੋਈ ਕਮਾਉਣ ਵਾਲਾ ਨਹੀਂ ਹੈ, ਪਹਿਲੇ ਵੀ ਨਹੀਂ ਕੋਈ ਕਮਾਉਂਦਾ। ਹਾਂਜੀ, ਪ੍ਰਾਈਵੇਟ ਹੀ ਕੰਮ ਸੀ। ਅੱਛਾ, ਤੇ ਜਦੋਂ ਤੁਸੀਂ ਪੇ ਲੈਣ ਗਏ ਉਸ ਵੇਲੇ ਤੁਹਾਨੂੰ ਮਤਲਬ ਤੁਸੀਂ ਉੱਥੇ ਪੁੱਛਿਆ ਉਹਨਾਂ ਨੂੰ ਕਿ ਬਈ ਕਿਸ ਗੱਲ ਦੀ ਰਿਟਾਇਰਮੈਂਟ? ਮੈਂ ਗਈ, ਮੇਰੇ ਨਾਲ ਕੋਈ ਗੱਲ ਨਹੀਂ ਕਰੇ ਕਰਦਾ। ਜਿੰਨੇ ਮੁਲਾਜ਼ਮ ਹੀ ਮੇਰੇ ਨਾਲ ਕੋਈ ਬੋਲਦਾ ਨਹੀਂ ਪਿਆ। ਮੈਂ ਇਨਸਾਨ ਇੱਕ ਢੀਠ ਹੋ ਕੇ ਬੈਠ ਜਾਂਦਾ ਨਾ, ਮੈਂ ਚੁੱਪ ਕਰਕੇ ਬੈਠੀ ਰਹੀ। ਇਹਨੇ ਸਾਰੇ ਹੀ ਕੋਈ ਮੇਰੇ ਨਾਲ ਸਹੀ ਤਰ੍ਹਾਂ ਗੱਲ ਨਹੀਂ ਕਰੇ ਕਰਦਾ। ਹੁਣ ਅੱਜ ਬੀਜੇਪੀ ਦੇ ਕਾਰਜਕਰਤਾ ਜਿਹੜੇ ਵੱਡੇ ਵੱਡੇ ਇੱਬੀ ਕੋਠੀਆਂ 'ਚ ਬੈਠੇ ਨਾ ਤੇ ਸਾਡਾ ਸਿਰਫ ਇਸਤੇਮਾਲ ਕੀਤਾ ਤੇ ਕੰਮ ਕਰਾਇਆ। ਸਾਡੇ ਨਾਲ ਡਟਿਆ ਵਰਕਰ ਡਿਊਟੀ ਜ਼ਿੰਦਾਬਾਦ, ਜ਼ਿੰਦਾਬਾਦ, ਜ਼ਿੰਦਾਬਾਦ। ਵਰਕਰ ਡਿਊਟੀ ਜ਼ਿੰਦਾਬਾਦ, ਜ਼ਿੰਦਾਬਾਦ, ਜ਼ਿੰਦਾਬਾਦ। ਵਰਕਰ ਡਿਊਟੀ ਜ਼ਿੰਦਾਬਾਦ, ਜ਼ਿੰਦਾਬਾਦ, ਜ਼ਿੰਦਾਬਾਦ। ਸਟੇਟ ਡਿਪਾਰਟਮੈਂਟ ਦੇ ਜਿੰਨੇ ਵੀ ਡੇਲੀ ਵੇਜਸ ਨੇ ਲਗਭਗ 2 ਸਾਲ ਦਾ ਟਾਈਮ ਉਹਨਾਂ ਨੂੰ ਹੋ ਗਿਆ ਪ੍ਰੋਟੈਸਟ ਕਰਦੇ। ਇਸ ਵੇਲੇ ਅਸੀਂ ਸਟੇਟ ਡਿਪਾਰਟਮੈਂਟ ਦੇ ਬਿਲਕੁਲ ਅੰਦਰ ਹਾਂ। ਅੱਜ ਤੇ ਫਿਲਹਾਲ ਸੰਡੇ ਹੈ ਤੇ ਦਫ਼ਤਰ ਛੁੱਟੀ ਹੈ ਅੱਜ, ਪਰ ਜਿੰਨੇ ਵੀ ਮੁਲਾਜ਼ਮ ਨੇ, ਜਿੰਨੇ ਵੀ ਡੇਲੀ ਵੇਜਰ ਨੇ ਜਿਹੜੇ ਇੱਥੇ ਕੰਮ ਕਰਦੇ ਨੇ, ਉਹਦੀ ਹੜਤਾਲ ਜਿਹੜੀ ਹੈ ਉਹ ਅੱਜ ਬੰਦ ਨਹੀਂ ਹੈ। ਉਹ ਹੱਲੇ ਵੀ ਇਹਦੀ ਹੜਤਾਲ ਜਿਹੜੀ ਹੈ ਉਹ ਪ੍ਰੋਪਰਲੀ ਚਲੇ ਕਰਦੀ ਹੈ। ਤੁਸੀਂ ਮੇਰੇ ਪੂਰੇ ਪਿੱਛੇ ਵੇਖ ਸਕਦੇ ਹੋ ਕਿ ਲੋਕੀ ਜਿਹੜੇ ਨੇ ਉਹ ਐਤਵਾਰ ਦੇ ਦਿਨ ਇੰਜੋਏ ਕਰਨ ਵਾਸਤੇ ਹੁੰਦਾ, ਰੈਸਟ ਕਰਨ ਵਾਸਤੇ ਹੁੰਦਾ, ਆਪਣੇ ਘਰ ਵਾਲੇ ਨੂੰ ਟਾਈਮ ਦੇਣ ਵਾਸਤੇ ਹੁੰਦਾ। ਪਰ ਇਹ ਜਿੰਨੇ ਵੀ ਲੋਕ ਨੇ, ਜਿੰਨੇ ਵੀ ਡੇਲੀ ਵੇਜਸ ਨੇ, ਇਹ ਸਾਰੇ ਇੱਥੇ ਆ ਕੇ ਆਪਣੀ ਹੜਤਾਲ ਜਿਹੜੀ ਆ ਕੰਟੀਨਿਊ ਕਰਦੇ ਨੇ। ਇਹਦੇ ਨਾਲ ਗੱਲਬਾਤ ਕਰਾਂਗੇ। ਕੀ ਨਾਂ ਹੈ ਆਂਟੀ ਤੁਹਾਡਾ? ਊਸ਼ਾ। ਮੈਨੂੰ ਦੱਸੋ ਕਿ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇਸ ਡਿਪਾਰਟਮੈਂਟ 'ਚ ਕੰਮ ਕਰਦੇ? ਹੋ ਗਏ 20-25 ਸਾਲ। 20-25 ਸਾਲ ਹੋ ਗਏ। ਅੱਛਾ, ਤੇ ਮੈਂ ਪੇ ਲੈਣ ਗਈ ਤੇ ਮੈਨੂੰ ਕਹਿੰਦੇ ਨੇ ਤੁਸੀਂ ਰਿਟਾਇਰ ਹੋ ਗਏ ਹੋ ਤੇ ਡੇਲੀ ਵੇਜ ਨੂੰ ਤਾਂ ਰਿਟਾਇਰ ਕਰਦੇ ਹੀ ਨਹੀਂ ਹੈ। ਤੇ 15 ਤਰੀਕ ਵਾਲੇ ਦਿਨ ਮੈਂ ਪੇ ਲੈਣ ਗਈ, 9000 ਰੁਪਈਆ ਦਿੰਦੇ ਨੇ ਬਸ। ਅੱਛਾ, ਤੇ ਮੈਂ ਲੈਣ ਗਈ ਤੇ ਮੈਨੂੰ ਕਹਿੰਦੇ ਨੇ ਜਾਓ ਘਰ ਜਾ ਕੇ ਬੈਠੋ। ਅੱਛਾ, ਤੇ ਮੈਂ ਉੱਥੇ ਇੱਕਦਮ ਚੁੱਪ ਹੋ ਗਈ। ਮੈਂ ਕਿਹਾ ਮੈਂ ਤਾਂ ਪੇ ਲੈਣ ਆਈ ਹਾਂ, ਨਾਲ ਰਿਟਾਇਰਮੈਂਟ ਹੀ ਹੁੰਦੀ ਨਹੀਂ ਜੇ। 15 ਤਰੀਕ ਤੇ ਤਾਂ ਹੁੰਦੀ ਨਹੀਂ, ਪਰਮਾਨੈਂਟ ਕਰਨ ਤੇ ਫੇਰ ਹੁੰਦੀ ਹੈ ਨਾ। ਠੀਕ। ਤੇ ਇਹਨਾਂ ਨੇ ਮੈਨੂੰ ਕੱਢ ਦਿੱਤਾ ਤੇ ਮੈਂ ਘਰ ਜਾ ਕੇ ਮੈਂ ਮਤਲਬ ਬੜਾ ਹੀ ਰੋਈ। ਮੇਰੀਆਂ ਬੇਟੀਆਂ ਵੀ ਰੋਈਆਂ, ਮੈਂ ਬੜਾ ਹੀ ਰੋਈ। ਮੈਂ ਇੱਕ ਮੁੰਡੇ ਨੂੰ ਫੋਨ ਕੀਤਾ ਇੱਥੇ ਲੀਡਰ ਨੂੰ, ਮੈਂ ਕਿਹਾ ਮੈਨੂੰ ਕੱਢ ਦਿੱਤਾ ਜੇ। ਇਹਨਾਂ ਨੇ ਫਿਰ ਦੌੜ ਭੱਜ ਕਰਕੇ ਫਿਰ ਹੜਤਾਲ ਬਿਠਾਈ। ਮੇਰਾ ਬੇਟਾ ਵੀ ਨਹੀਂ ਤੇ ਨਾ ਮੇਰਾ ਆਦਮੀ ਹੈ, ਮੈਂ ਇਕੱਲੀ ਕਮਾਉਣ ਵਾਲੀ ਹਾਂ। ਇੱਕ ਕਮਰਾ ਹੈ, ਨਾ ਰਸੋਈ ਹੈ, ਨਾ ਚੜ੍ਹਨ ਨੂੰ ਉੱਪਰ ਸੀੜੀ ਹੈ। ਮੈਂ ਕਿਸ ਨੂੰ ਰੋਟੀ ਖਾਣੀ ਜੇ? ਯਾਨੀ ਇਸ 9000 ਦੇ ਨਾਲ ਹੀ ਤੁਹਾਡਾ ਘਰ ਚੱਲਦਾ ਹੈ? ਹਾਂਜੀ, ਮੇਰਾ ਆਦਮੀ ਵੀ ਮਰ ਗਿਆ, ਮੇਰਾ ਬੇਟਾ ਵੀ ਮਰ ਗਿਆ ਸੀ। ਮੇਰੇ ਘਰ ਦੇ ਕੋਈ ਕਮਾਉਣ ਵਾਲਾ ਨਹੀਂ ਹੈ, ਪਹਿਲੇ ਵੀ ਨਹੀਂ ਕੋਈ ਕਮਾਉਂਦਾ। ਹਾਂਜੀ, ਪ੍ਰਾਈਵੇਟ ਹੀ ਕੰਮ ਸੀ। ਅੱਛਾ, ਤੇ ਜਦੋਂ ਤੁਸੀਂ ਪੇ ਲੈਣ ਗਏ ਉਸ ਵੇਲੇ ਤੁਹਾਨੂੰ ਮਤਲਬ ਤੁਸੀਂ ਉੱਥੇ ਪੁੱਛਿਆ ਉਹਨਾਂ ਨੂੰ ਕਿ ਬਈ ਕਿਸ ਗੱਲ ਦੀ ਰਿਟਾਇਰਮੈਂਟ? ਮੈਂ ਗਈ, ਮੇਰੇ ਨਾਲ ਕੋਈ ਗੱਲ ਨਹੀਂ ਕਰੇ ਕਰਦਾ। ਜਿੰਨੇ ਮੁਲਾਜ਼ਮ ਹੀ ਮੇਰੇ ਨਾਲ ਕੋਈ ਬੋਲਦਾ ਨਹੀਂ ਪਿਆ। ਮੈਂ ਇਨਸਾਨ ਇੱਕ ਢੀਠ ਹੋ ਕੇ ਬੈਠ ਜਾਂਦਾ ਨਾ, ਮੈਂ ਚੁੱਪ ਕਰਕੇ ਬੈਠੀ ਰਹੀ। ਇਹਨੇ ਸਾਰੇ ਹੀ ਕੋਈ ਮੇਰੇ ਨਾਲ ਸਹੀ ਤਰ੍ਹਾਂ ਗੱਲ ਨਹੀਂ ਕਰੇ ਕਰਦਾ। ਫਿਰ ਸਾਡੇ ਉੱਥੇ ਕੋਈ 2 ਜਣੇ ਸੀ ਤੇ ਮੈਂ ਗਈ ਉੱਥੇ ਉਹਨਾਂ ਨੂੰ, ਮੈਂ ਕਿਹਾ ਮੇਰੀ ਗੱਲ ਕਰਾ ਦਿਓ ਸਾਹਿਬ ਨਾਲ। ਤੇ ਇੱਕ ਕੋ ਗਈ ਤਾਂ ਉਹ ਕਹਿੰਦਾ ਹਾਂ ਤੁਸੀਂ ਉੱਥੇ ਹੜਤਾਲਾਂ ਬਿਠਾਉਂਦੇ ਹੋ, ਬਸ ਬੋਲਦੇ ਬਾਤੋਂ ਬਾਤ ਬੋਲਦੇ ਹੋ, ਇਹ ਆ ਉਹ ਆ, ਤੇ ਤੁਸੀਂ ਘਰ ਬੈਠੋ, ਹੁਣ ਤੁਹਾਡੀ ਕੋਈ ਰਿਟਾਇਰਮੈਂਟ ਹੀ ਹੋ ਗਈ ਆ। ਮੈਨੂੰ ਇੰਝ ਹੀ ਕੱਢ ਦਿੱਤਾ ਨਾ। ਮੈਨੂੰ ਮਤਲਬ ਕੁਝ ਨਹੀਂ ਕਿਹਾ, ਕੋਈ ਲਿਖਿਤ ਕੋਈ ਨੋਟਿਸ ਤਾਂ ਮੈਨੂੰ ਇੰਝ ਹੀ ਭੇਜਤਾ ਘਰ। ਅੱਛਾ, ਤੇ ਤਨਖਾਹ ਤਨਖਾਹ ਵੀ ਨਹੀਂ ਦਿੰਦੇ ਆ, ਤਨਖਾਹ ਵੀ ਰੱਖ ਲਈ ਆ। ਹੁਣ ਇਹਨਾਂ ਵਿਚਾਰਿਆਂ ਨੇ, ਇਹਨਾਂ ਦੀ ਹਿੰਮਤ ਹੋਏਗੀ ਤੇ ਮੈਨੂੰ ਕਢਾ ਕੇ ਦੇਣਗੇ ਨਾ। ਵਿਚਾਰੇ ਦੌੜ ਭੱਜ ਕਰਦੇ ਨੇ। ਮੇਰੇ ਘਰ ਆਟਾ ਨਹੀਂ ਹੈ, ਮੇਰੇ ਘਰ ਕੁਛ ਨਹੀਂ। ਜਾ ਕੇ ਤੁਸੀਂ ਵੀ ਦੇਖ ਸਕਦੇ ਹੋ, ਸੱਚਾਈ 'ਚ ਬੋਲਦੀ ਹੈ। ਤੇ ਫਿਰ ਤੁਹਾਡੀ 2 ਕੁੜੀਆਂ ਨੇ, ਉਹਦੀ ਪੜ੍ਹਾਈ ਲਿਖਾਈ ਵੀ ਹੈ, ਸਭ ਕੁਝ ਹੈ, ਤੇ ਕੁੜੀਆਂ ਦੇ ਖਰਚੇ ਬੜੇ ਹੁੰਦੇ ਨੇ। ਉਹ ਕਿਸ ਤਰ੍ਹਾਂ ਦੇਖੋ ਨਾ, ਹੁਣ ਫਿਰ ਕਿਸ ਤਰ੍ਹਾਂ ਕਰਨਾ ਗੁਜ਼ਾਰਾ? ਟੈਨਸ਼ਨ ਹੋਈ ਹੈ, ਬੱਚੀਆਂ ਵੀ ਰੋਂਦੀਆਂ ਵੀ ਸਾਡੀ ਮਾਂ ਨੂੰ ਕੱਢ ਦਿੱਤਾ। ਕਿੰਨੇ ਸਾਲਾਂ ਦੀ? ਕਿੰਨੇ ਸਾਲਾਂ ਦੀ ਹੈ? ਵੱਡੀਆਂ ਆ ਕੁੜੀਆਂ ਤੇ ਜਵਾਨ ਤੁਹਾਡੇ ਵਾਂਗੂ ਹੀ ਆ। ਅੱਛਾ, ਹੁਣ ਦੀਵਾਲੀ ਵੀ ਹੈ ਕੱਲ। ਤੇ ਫਿਰ ਕੀ ਕਰਨਾ? ਕਿਸ ਤਰ੍ਹਾਂ ਕਰਨੀ ਦੀਵਾਲੀ? ਘਰ ਹੀ ਬੈਠਣਾ, ਕੀ ਕਰਨਾ? ਫਿਰ ਉਹਨੂੰ ਕੁਛ ਦਿੰਦੇ ਨਹੀਂ, ਨਾ ਮਸਲਾ ਹੱਲ ਕੀਤਾ, ਨਾ ਕੁਛ। ਪਰੇਸ਼ਾਨੀ ਹੈ ਆਂਟੀ। ਲੋਕਾਂ ਦੇ ਘਰ ਦੀਵਾਲੀ ਦੇ ਟਾਈਮ ਤੇ ਖੁਸ਼ੀਆਂ ਹੁੰਦੀਆਂ ਨੇ, ਤੇ ਤੁਹਾਡੀ ਵੀ ਤਨਖਾਹ ਰੋਕੀ ਰਹੀ ਹੈ? ਨਹੀਂ, ਮੇਰੀ ਤਾਂ ਮਿਲ ਰਹੀ ਹੈ। ਤੁਹਾਨੂੰ ਮਿਲੀ ਕਰਦੀ ਹੈ? ਅੱਛਾ, ਤੇ ਮਤਲਬ ਮੈਨੂੰ ਦੱਸੋ ਕਿ ਤੁਸੀਂ ਜਦੋਂ ਆਪਣੇ ਵੱਡੇ ਅਫਸਰਾਂ ਨਾਲ ਗੱਲ ਕਰਦੇ ਹੋ, ਉਹਨਾਂ ਨੂੰ ਜਾ ਕੇ ਪੁੱਛਦੇ ਹੋ ਕਿ ਬਈ ਤੁਹਾਡਾ ਮਸਲਾ ਜਿਹੜਾ ਕਿੱਧਰ ਤੱਕ ਪੁੱਜਿਆ, ਕਿਉਂਕਿ ਤੁਸੀਂ ਫਾਈਲਾਂ ਵਗੈਰਾ ਤੇ ਸਾਰੀਆਂ ਆਪਣੀ ਪਹੁੰਚਾਈ ਰਹੀਆਂ ਨੇ, ਉਸ ਤੋਂ ਬਾਅਦ ਰਿਸਪੌਂਸ ਕੀ ਆਉਂਦਾ ਹੈ? ਉਸ ਵਕਤ ਕਹਿੰਦੇ ਕਰਾਂਗੇ ਬਸ ਇੱਕੋ ਹੀ
बस करेंगे, अब पक्के करेंगे, सब कुछ ਕਰਦੇ करेंगे। ਨਹੀਂ ਪੱਕੇ ਹਰ ਸਾਲ ਇੰਜ ਹੀ ਕਹਿੰਦੇ ਨੇ बस ਕਰਦੇ ਨਹੀਂ ਪੱਕੇ करांगे बस करेंगे पक्के करेंगे। उस तो बाद कुछ नहीं करते, ना कोई चंगी ना कोई माड़ी। ਤੁਹਾਡੇ ਕੋਲ ਤੇ ਵੱਡੇ ਵੱਡੇ ਲੀਡਰ ਵੀ ਆਏ ਨੇ ਗੱਲ ਕਰਨ ਵਾਸਤੇ, ਤੁਸੀਂ ਵੀ ਉਹਦੇ ਕੋਲ ਗਏ ਹੋ ਹਾਂਜੀ ਹੈ। ਉਸ ਤੋਂ ਬਾਅਦ ਫਿਰ ਕੋਈ ਗੱਲਬਾਤ, ਕੋਈ ਅੱਗੇ ਤੱਕ ਗੱਲ ਪੁੱਜੀ ਹੋਏ ਉਹਨਾਂ ਜਾਂ ਉਹਨਾਂ ਨੇ ਕਿਹਾ ਹੋਏ ਕਿ ਤੁਹਾਡੀ ਗੱਲ ਅੱਗੇ ਤੱਕ ਪਹੁੰਚਾਵਾਂਗੇ ਕੁਝ? ਹਾਂਜੀ ਕਹਿੰਦੇ ਹੀ ਪਹੁੰਚਾਵਾਂਗੇ। ਕਿਹਦੇ ਨਾਲ ਗੱਲ ਹੋਈ ਸੀ? ਸਨੀ ਆਇਆ ਸੀ ਨਾ ਉੱਥੇ ਲੀਡਰ, ਅੱਛਾ, ਇਹਨਾਂ ਨਾਲ ਗੱਲ ਕੀਤੀ ਨਾ ਤਾਂ ਉਹ ਕਹਿੰਦੇ ਅੱਗੇ ਤੱਕ ਗੱਲ ਪੁੱਜੇਗੀ। ਨਹੀਂ ਤੁਸੀਂ ਬੀਜੇਪੀ ਦੇ ਵੱਡੇ ਵੱਡੇ ਲੀਡਰਾਂ ਕੋਲ ਗਏ ਰਹੇ ਹੋ, ਉਹ ਵੀ ਤੁਹਾਨੂੰ ਆਸ਼ਵਾਸਨ ਦੇ ਕੇ ਦਿੱਤਾ ਹੈ ਉਹਨਾਂ ਨੇ? ਕੁਛ ਨਹੀਂ ਕੀਤਾ ਉਹਨਾਂ ਨੇ। ਇਸ ਤਰ੍ਹਾਂ ਕਿਹਾ ਕਿ ਤੁਹਾਡੇ ਘਰ ਰਾਸ਼ਨ ਵੀ ਨਹੀਂ ਹੈ, ਤੇ ਨਹੀਂ ਫਿਰ ਹੈ। ਕਿਸ ਤਰ੍ਹਾਂ ਫਿਰ ਘਰ ਦਾ ਗੁਜ਼ਾਰਾ ਕਿਵੇਂ ਚੱਲੇ ਕਰਦਾ ਫਿਰ? ਰਾਸ਼ਨ ਤੇ ਦੁਆਰ ਲੈ ਕੇ ਕਿਸੇ ਕੋ ਫੜ ਲਿਆ, ਕਿਸੇ ਭਰਾ ਕੋ ਭੈਣ ਕੋ ਫੜ ਲਿਆ ਤੇ ਫਿਰ ਤਨਖਾਹ ਮਿਲੇਗੀ ਤੇ ਦੇ ਦਾਂਗੇ, ਹੋਰ ਇਹੋ ਹੀ ਹੋ ਸਕਦਾ। ਲਗਭਗ ਕਿੰਨੇ ਟਾਈਮ ਦਾ ਸਿਸਟਮ ਇਹੋ ਹੀ ਚੱਲਦਾ ਪਿਆ, ਮਤਲਬ ਇਸ ਤਰ੍ਹਾਂ ਹੀ ਦੁਆਰ ਲੈਣਾ, ਇਸ ਤਰ੍ਹਾਂ ਹੀ ਘਰ ਚਲਾਉਣਾ? ਉਹ ਚੱਲਦਾ ਹੀ ਰਿਹਾ ਜਦੋਂ ਸਾਡੀ ਨਹੀਂ ਦੇ ਤੱਕ ਸਾਡੀ ਤਨਖਾਹ ਨਹੀਂ ਵੱਧਦੀ। ਜਦੋਂ ਦਾ ਮੇਰਾ ਆਦਮੀ ਮਰਿਆ, ਮੇਰਾ ਬੇਟਾ ਮਰਿਆ, ਮੈਂ ਬਸ ਇੰਝ ਹੀ ਘਰ ਚਲਾਇਆ, ਗਰੀਬੀ ਬਸ ਦੇਖੀ ਹੈ। ਕੋਈ ਤਿਉਹਾਰ ਕਿਸ ਤਰ੍ਹਾਂ ਫਿਰ ਚੱਲਦੇ ਨੇ? ਤਿਉਹਾਰ ਕਿੰਝ ਚੱਲਣੇ ਨੇ ਫਿਰ, ਪੈਸੇ ਵੀ ਹੋਣਗੇ ਤੇ ਬੇਟਾ ਫੇਰ ਹੀ ਹੈ ਨਾ। ਤੇ ਤੁਸੀਂ ਹਾਲਤ ਇਸ ਵੇਲੇ ਵੇਖ ਸਕਦੇ ਹੋ ਕਿ ਦੀਵਾਲੀ ਦੇ ਟਾਈਮ ਤੇ ਲੋਕਾਂ ਦੇ ਘਰ ਖੁਸ਼ੀਆਂ ਹੁੰਦੀਆਂ ਨੇ, ਬਾਹਰ ਮਿਠਾਈਆਂ ਜਿਹੜੀਆਂ ਨੇ ਲੋਕੀ ਇੱਕ ਦੂਜੇ ਦੇ ਘਰ ਜਾ ਕੇ ਵੰਡੇ ਕਰਦੇ ਨੇ, ਪਰ ਉਹਦੇ ਵਿੱਚੋਂ ਕੁਝ ਐਸੇ ਵੀ ਲੋਕ ਹੈ ਨੇ, ਆਪਣੇ ਹੀ ਜੰਮੂ ਕਸ਼ਮੀਰ ਦੇ ਲੋਕ ਨੇ, ਸਾਡੇ ਆਪਣੇ ਹੀ ਲੋਕ ਨੇ, ਜਿਹੜੇ ਬਾਹਰ ਦੇ ਲੋਕਾਂ ਕੋਲ ਜਾ ਕੇ ਦੁਆਰ ਮੰਗਦੇ ਨੇ ਕਿ ਸਾਡੇ ਘਰ ਤਿਉਹਾਰ ਹੈ, ਸਾਡੇ ਘਰ ਫੈਸਟੀਵਲ ਹੈ, ਸਾਡੇ ਘਰ ਖਾਣੇ ਨੂੰ ਇੱਕ ਦਾਣਾ ਤੱਕ ਨਹੀਂ ਹੈ। ਪਰ ਇਹ ਜਿਹੜੀ ਚੀਜ਼ ਹੈ, ਇਹ ਜਿਹੜਾ ਦੁੱਖ ਹੈ ਇਹਦਾ ਸਾਰਿਆਂ ਦਾ, ਇਹ ਮੈਨੂੰ ਨਹੀਂ ਸਮਝ ਆ ਰਿਹਾ ਕਿ ਸਰਕਾਰ ਤੱਕ ਕਿਉਂ ਨਹੀਂ ਇਹ ਗੱਲ ਪੁੱਜੇ ਕਰਦੀ ਹੈ, ਸਰਕਾਰ ਨੂੰ ਇਹ ਚੀਜ਼ਾਂ ਕਿਉਂ ਨਹੀਂ ਨਜ਼ਰ ਆਉਂਦੀ ਪਈਆਂ ਨੇ ਕਿ ਇੱਕ ਲੇਡੀ ਜਿੰਦੇ ਹਸਬੈਂਡ ਦੀ ਡੈਥ ਹੋ ਚੁੱਕੀ ਰਹੀ ਹੈ, ਜਿੰਦੇ ਘਰ ਕਮਾਣੇ ਦਾ ਕੋਈ ਸੋਰਸ ਹੈ ਨਹੀਂ, ਇਹਦੇ ਬੇਟੇ ਦੀ ਡੈਥ ਹੋ ਚੁੱਕੀ ਰਹੀ ਹੈ, ਡੇਲੀ ਵੇਜਰ ਦੇ ਕੰਮ ਕਰਦੇ ਨੇ, 9000 ਰੁਪਏ ਦੇ ਨਾਲ ਕਿਸ ਤਰ੍ਹਾਂ ਇਹਨਾਂ ਨੇ ਆਪਣੀ ਕੁੜੀਆਂ ਨੂੰ ਪੜ੍ਹਾਉਣਾ ਹੈ, ਕਿਸ ਤਰ੍ਹਾਂ ਇਹਨਾਂ ਨੇ ਕੰਮ ਕਰਨਾ ਹੈ। ਤੇ ਜਿੰਨੇ ਵੀ ਲੇਡੀਜ਼ ਤੁਸੀਂ ਵੇਖੇ ਕਰਦੇ ਹੋ, ਆਲ ਟਾਈਮ ਇਹ ਸਾਰੇ ਤੁਹਾਨੂੰ ਕੰਮ ਕਰਦੇ ਨਜ਼ਰ ਆਉਂਦੇ ਨੇ, ਪਰ ਹਾਲਤ ਇਸ ਵੇਲੇ ਇਹ ਆ ਗਈ ਰਹੀ ਹੈ ਕਿ ਇਹਦੇ ਘਰ ਖਾਣੇ ਨੂੰ ਇੱਕ ਦਾਣਾ ਤੱਕ ਨਹੀਂ ਹੈ। ਹੋਰ ਵੀ ਲੋਕਾਂ ਦੇ ਨਾਲ ਗੱਲ ਕਰਾਂਗੇ। ਜਿਸ ਤਰ੍ਹਾਂ ਮੈਂ ਪਿੱਛੇ ਆਂਟੀ ਜੀ ਨੂੰ ਵੀ ਸਵਾਲ ਕੀਤਾ ਕਿ ਤੁਸੀਂ ਲੀਡਰਾਂ ਕੋਲ ਗਏ ਸੀ ਆਪਣੀ ਗੱਲ ਲੈ ਕੇ, ਕਿਉਂਕਿ ਇੱਕ ਉਮੀਦ ਹੁੰਦੀ ਹੈ ਲੀਡਰਾਂ ਦੇ ਕੋਲ, ਆਮ ਲੋਕਾਂ ਨੂੰ, ਕਿ ਉਹ ਸਾਡੀ ਗੱਲ ਅੱਗੇ ਤੱਕ ਸਰਕਾਰ ਤੱਕ ਪਹੁੰਚਾਉਣਗੇ। ਤੁਸੀਂ ਵੀ ਗਏ ਹੀ, ਕਿੱਥੇ ਤੱਕ ਗੱਲ ਪੁੱਜੀ? ਜੀ ਪਹਿਲੇ ਤਾਂ ਮੈਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਰਨਾ ਮੀਡੀਆ ਦਾ, ਜਿਹੜਾ ਅੱਜ ਸੰਡੇ ਵਾਲੇ ਦਿਨ ਵੀ ਸਾਡੇ ਕੋਲ ਆਏ ਦੇ ਔਰ ਸਾਡੀ ਖਬਰ ਲੈ ਰਹੇ ਹੋ। ਤੋ ਮੈਡਮ ਜੀ ਬੜੇ ਅਸੀਂ 25 ਸਾਲ ਤੋਂ ਖੱਜਲ ਹੋ ਗਏ ਦੇ ਆ। ਕੋਈ ਵੀ ਸਾਡੀ ਕੋਈ ਬੀਜੇਪੀ ਦਾ ਲੀਡਰ ਜਾਂ ਸੀ PDP, ਸਾਨੂੰ ਬੀਜੇਪੀ ਤੇ ਬਹੁਤ ਹੀ ਜ਼ਿਆਦਾ ਉਮੀਦ ਸੀ, ਪਰ ਬੀਜੇਪੀ ਵੀ ਨਹੀਂ ਸਾਡਾ ਕੁਝ ਨਹੀਂ ਸੋਚਿਆ। 8 ਸਾਲ ਹੋ ਗਏ ਇਹਨਾਂ ਨੂੰ ਸੱਤੇ ਜਾਏ ਨੂੰ। ਇਹਨਾਂ ਲਲਕਾਰ ਰੈਲੀ ਦੇ ਵਿੱਚ ਮੋਦੀ ਸਾਹਿਬ ਨੇ ਬੋਲਿਆ ਵੀ ਹਮ पहली कैबिनेट में डेली वेज का परमानेंट ऑर्डर करेंगे, अभी तक कुछ नहीं किया। अमित शाह जी भी आए, उन्होंने भी बोला आपको मिनिमम एक्ट लागू कर दिया, अभी तक वो भी नहीं हमें लगा, झूठे लारे और झूठे शासन देते। उनके तरफों तो मिनिमम वेजेस एक्ट ਜਿਹੜਾ जम्मू कश्मीर से लागू हो गया है। मैम हमारे ऊपर नहीं हुआ, वो खाली लेबर के ऊपर हुआ, लेबर वाले जो डेली वेजर है उनके ऊपर नहीं है। हम यही चाहते हैं इनसे परमानेंट पॉलिसी हमें मिल जाए, काम छोड़ पर हड़ताल पे हम जितनी देर हमारा कोई मसला हल नहीं होगा, परमानेंट पॉलिसी नहीं मिलेगी, हम जो दरी है जो छोड़ने वाले नहीं है। लगातार स्टैक पे हम गए हुए हैं, हैंगर स्टैक हमारी लगातार चलेगी। और दिवाली वाले दिन कल भी हम आएंगे इधर, इनका मातम कल भी, हम बीजेपी के 25 लीडर हैं जो कल भी इनका मातम मनाएंगे, और जो LG साहब उनका भी मातम मनाएंगे। हमारे को कुछ दिवाली पे दे दो, हम बच्चों को क्या देंगे? 9000 रुपये सैलरी वो भी हमें नहीं मिलती टाइम पे, तो क्या काम ने करना है? लोग दिवालियों पे खुशियाँ मना रहे हैं, हम गम मना रहे हैं, क्या करें? उनका मातम मना रहे 25 साल से। हम बोल रहे हैं हमारे को परमानेंट पॉलिसी एक दी जाए, और परमानेंट पॉलिसी दे, हमारे को भी कुछ गुजारा घर का चले। 9000 सैलरी मिलती है? सैलरी मैम मिलती 9000 क्या है? 500 रुपये दिहाड़ी तो मजदूर ले रहा है, 300 रुपये दिहाड़ी से क्या बनता है हमारा? ज़्यादा हो गई है। हाँ, सिलेंडर जो है 1100 रुपये का सिलेंडर है, तेल की गैलन है जो वो भी कम से कम 1000-1200 की है। हमने क्या लेना? बच्चों की फीसें हम नहीं दे सकते, हमारे बच्चों के पेपर होते हैं तो बोलते चलो या बाहर चलो, बाहर का रास्ता दिखा देते हैं हमारे स्कूल वाले कि आपकी फीस ही नहीं आई, आपकी फ़ीस क्लियर नहीं, पेपर कैसे होगा आपका? हमें बहुत ही मुश्किल है। फिर उस टाइम क्या करते हो? हम मैम बहुत ही किसी से दीवार पकड़ के या किसी से लेके फिर जाके उधर हम थोड़ा थोड़ा करके देते हैं। क्या करना? इनका मातम मना रहे हैं, आज भी मना रहे हैं। जिस वेले वोट देते सी उस वेले उम्मीद की सी कि साडे वास्ते भी कुछ होएगा? जी हमें तो बहुत ही उम्मीद थी इनके ऊपर, पर झूठे निकले जे बीजेपी वाले। 25 के 25 MLA कुछ नहीं हमारे लिए किया, सिर्फ लारा अरविंदर राणा जी भी लारा लगाते हैं हम करेंगे। तुसी गए ही उनके कोल?
हम गए थे बीजेपी के दफ्तर, धरना ही मारा हमने। हर बार जाते हैं जब स्ट्राइकें भी करते उधर जाके हमें यही झूठे लारे दे जाते हैं, नहीं जी आपका काम चल रहा है, आपकी मीटिंग हो रही है, आपकी कैबिनेट चल रही है, हमारी एलजी साहब से बात होगी, हमारी प्रधानमंत्री से बात होगी, करते कुछ भी नहीं है, खाली झूठे ला रहे हैं। हम इनको यही कहना चाहते हैं हमें परमानेंट पॉलिसी जल्दी जल्द दी जाए। जैसे हमारी विधवा जो औरतें हैं, लेडीज़, जैसे आपने इंटरव्यू लिया अभी, बेचारी का घर वाला नहीं है, ऊपर से बच्चा भी नहीं है, वो 9,000 सैलरी, वो भी इनको बोल दिया इला आपको रिटायर कर दिया, नहीं कोई रीटिंग में ऑर्डर दिया, नहीं कुछ दिया, कुछ भी नहीं दिया, ऐसे बोल दिया आप घर जाओ। कितना दिल इनका टूटा, कैसे ये रो रहे हैं। इनको सरकारी डिपार्टमेंट दिया, इनको इस डिपार्टमेंट वालों को शर्म होनी चाहिए चीज़ की। 25 साल जिन्होंने दिए इस डिपार्टमेंट में, बाद में उनको बाहर का रास्ता दिखाओगे। वो सैलरी जो 9,000 पेंशन लगी थी वो भी इन्होंने काट दी। इन ਅਫਸਰਾਂ ਨੂੰ ਪੁੱਛਣ ਗਿੱਛਣ ਵਾਲਾ ਕੋਈ ਵੀ ਨਹੀਂ ਹੈ ਕਿ ਇਨਕੇ- ਕਿਸ ਤਰ੍ਹਾਂ ਤੁਸੀਂ ਬਿਨਾਂ ਆਰਡਰ ਦੇ ਇੱਕ ਲੇਡੀ ਨੂੰ ਕਹਿੰਦੇ ਪਏ ਹੋ ਕਿ ਤੁਸੀਂ ਰਿਟਾਇਰ ਹੋ ਗਏ ਹੋ, ਕੋਈ ਤੁਹਾਡੇ ਕੋਲ ਰਿਟਰਨ ਚਾਹ ਨਹੀਂ ਹੈ, ਕੁਝ ਵੀ ਕੋਈ ਨੋਟਿਸ ਨਹੀਂ, ਕੁਝ भी नहीं। मैडम जी ये तो गुंडागर्दी है ना, गुंडागर्दी डाली हुई है डिपार्टमेंट ने और बीजेपी सरकार ने भी गुंडागर्दी डाली हुई है। इनको पूछने वाला कोई भी नहीं है। इनको पूछे जो 25 साल से सेवा दे रहा, कम से कम उसको 10 लाख या 20 लाख ਵੋਟ ਤੇ ਤੁਸੀਂ ਸਾਰੇ ਨਹੀਂ ਦਿੱਤੇ। कोई वोट तो हमने बीजेपी को दिया, हमने यही पॉलिसी पे दी, हमें परमानेंट पॉलिसी मिलेगी, पर पॉलिसी तो कुछ नहीं। हमारा एक ही नारा है, पॉलिसी नहीं तो घर वापसी नहीं, अभी नहीं तो कभी नहीं। मैं ਤੁਹਾਡੇ ਤੋਂ ਪੁੱਛਣਾ ਚਾਹਾਂਗੀ ਅੰਕਲ ਜੀ ਕਿ ਜਿਸ ਵੇਲੇ ਅਮਿਤ ਸ਼ਾਹ ਇਸ ਆਏ ਹੀ ਜੰਮੂ ਆਏ ਹੀ, ਤੁਸੀਂ ਸਾਰੇ ਬੜੀ ਉਮੀਦ ਨਾਲ ਗਏ ਹੀ ਕਿ ਇਸ ਵਾਰ ਡੇਲੀ ਵੇਜਰਾਂ ਵਾਸਤੇ ਹੋ ਸਕਦਾ ਹੈ ਕਿ ਕੋਈ ਪਾਲਿਸੀ ਜਿਹੜੀ ਹੈ ਉਹ ਲੈ ਕੇ ਉਹ ਆਏ ਹੋਣ। ਸਾਰੇ ਜਿੰਨੇ ਵੀ ਜੰਮੂ ਕਸ਼ਮੀਰ ਦੇ ਡੇਲੀ ਵੇਜਰ ਨੇ ਉਹ ਸਾਰੇ ਗਏ ਹੀ, ਤੇ ਉਸ ਵੇਲੇ ਵੀ ਤੁਹਾਡੀ ਉਮੀਦਾਂ ਤੇ ਜਿਹੜਾ ਸੀ ਉਹ ਪਾਣੀ ਫਿਰ ਗਿਆ ਸੀ ਉੱਥੇ, ਕਿਉਂਕਿ ਤੁਹਾਡੀ ਤੇ ਉਹਨਾਂ ਨੇ ਗੱਲ ਵੀ ਨਹੀਂ ਕੀਤੀ ਸੀ ਉਸ ਵੇਲੇ। मैडम जी पहला तो तुंदा बड़ा बड़ा शुक्रिया जे कि सारी गल टेबल टाक पजाते हो, चाहे रविंदर रैना हो तो चाहे कोई अफसर हो। अफसर तो बड़ी बड़ियां गल्लां करते हैं तो बड़े बड़े झूठे दे बतंगड़ बनाते हैं, तो सारी गल जेकी सुनिए कोई राजी नहीं है। तो रही गल अमित शाह दी, अमित शाह ये दूए बारी आए ना, पहला अमित शाह आए तो मिनिया बेजिस एक्ट लागू करिए गए JNK के, वो मिनिया बेजिस एक लागू किया, वो असें लभ्या तो नहीं है, लेकिन भुख तो बच्चे साढ़े स्कूलों बाहर जरूर निकले ना, वो बिल्कुल नहीं लभ्या असें दी है। अज असें जेके तुसें पुछया कि तुसें बड़े बड़े लीडरें कोल गए हो, तो लीडरें कोल तो गए अस, ते जेके बड़े बड़े लीडर सारी कोठिए बिच पूरे पूरे पावर बिच बहुमत बिच जेके साड़ा इस्तेमाल किया, सारिया माता दे भैनें दा साड़ा कोठिए बिच स्टेट डिपार्टमेंट दा बिच कम किए गए, चाहे एडवाइजर हो, चाहे CM हो, चाहे गवर्नर हो, ते चाहे बाकी दे होण। अज बीजेपी के कार्यकर्ता जेके बड़े बड़े इब्बी कोठियों च बैठे ना, तो साड़ा सिर्फ इस्तेमाल किया तो कम कराया साढ़े कोला डटिया। तो उस वेले जोड़े सरकारां पिछली ले आखदे उन्हें सारी एक एक बंदे की जिंदगी बर्बाद की। अज बीजेपी के विधायक जेके ਯਾਨੀ ਤੁਸੀਂ ਜਿਹੜਾ ਹੈ ਉਹ ਇਹਦੇ ਵਿੱਚ ਗਲਤੀ ਪਿਛਲੀ ਸਰਕਾਰਾਂ ਦੀ ਸਮਝਦੇ ਹੋ? पिछली सरकार की कोई गलती नहीं, उन्हें काम किया। अज जियां दिवाली का त्यौहार आवा दा, असें 22 तरीक भी तनख्वाह लैती दी है, अज तनख्वाह का कोई इशू भी नहीं है। साढ़े जेके मुलाजिम बैठे दे इन्हें दी हल्ली अज 22 तरीक होने लगी, हल्ले तक तनख्वाह नहीं मिली है कुछ मेरे डिवीजन का बिच। तो अस दिवाली कि'यां बनानी है? बीजेपी पर असें भरोसा किया हा कि उन्हें लोकें साड़ी एक एक दी जिंदगी बर्बाद की ही। असें आख्या कि परमानेंट करो, 7 साल की साड़ी रेगुलर पॉलिसी बनी स्टेट डिपार्टमेंट के बिच और घट से जा डेली वेज दी, लेकिन उन्हें लोकें असें दी बर्बाद किया। फिर असें बीजेपी दी उन्हें लोकें दी बाहर दा रस्ता दस्सिया, बीजेपी दी असें प्राण पाई लिया। नरेंद्र भाई मोदी ने काट ललकार रैली में आख्या कि हर एक डेली वेज की परमानेंट करके तो अस इन्हें दी रोज़गार देगे, लेकिन असें बड़ा भरोसा किया, उन्हें बाहर का रस्ता दस्सिया। तो असें बीजेपी की बड़ी चढ़ी असें 25 के 25 विधायक बनाए और ये नाकाम रहे। अज साढ़े बच्चे की जिंदगी अगर बर्बाद हो दी है तो बीजेपी के विधायकों की वजह कन्नै हो दी है, इ'यां नहीं होया। अगर चांस साड़ियां हर पॉलिसी बनी सकती, अगर मैडम जी 370 रातों रात रोड़ी सकते, अगर जी सर्जिकल स्ट्राइक रातों रात करी सकते, नोटबंदी रातों रात करी सकते, तो क्या डेली वेज का मसला नहीं कर सकते? लेकिन गरीबा की गरीब का बनाना चाहते हैं, साढ़े बच्चों की ये गलत रास्ते पर लाने चाहते हैं। ये नहीं चाहते कि इनके बच्चे पढ़न, इनके बच्चे कोई एजुकेशन करन। अज साढ़े बच्चे बाहर होआ दे स्कूलों का, अज फीसां दे सके दे। साढ़ा बच्चा स्कूलों का कल परसों भी मैडम ने आख्या इन्हें दी बाहर कड्ढी ओड़ो, इंदियां फीसां दे पा दे, असें कि'यां पढ़ाना? ना माँ प्यो की अस दवाई दे सकदे, ना अपने घर आह्ले दी अस कोई टैला कपड़ा दे सकदे, ना अस राशन पाई सकदे, ना तो अस अपनी दवाई डॉक्टर पूरी कोई खाई सकदे। ते मेरियां माता
भैनें जेह्कियां इन्हां दी रिटायर करी जा दे। मैं पैह्ला तुंदे माध्यम कन्नै एह् पुच्छना चाहना कि इक डेली वेज दिहाड़ीदार आह्ला दिहाड़ी नूं लाने आह्ला ओह् इक मेहनत करदा ओह्दी केह्ड़ी रिटायरमेंट होई ऐ? अगर 60 साल की रिटायरमेंट कुंदी होंदी है वो परमानेंट अप्लाई दी होंदी है ते इंदे लोकें दी कैह्दी रिटायरमेंट होंदी है? अगर तुस रिटायरमेंट कर दिओ, अगर 31 तरीक आंदा ते 31 तरीक कर दिओ, ते अगर 31 तरीक ऐतवार आंदा तुसी शनिवार कर देंदा 30 तरीक सैलरी कदे इन्ने टाइम ते आंदी है? सैलरी नहीं आंदी है, सैलरी का तो कोई नां नहीं है। लेकिन साढ़े अज भी मैं तुसें पैह्लें आखेआ नेही सैलरी मिली दी है। अस अफसर साहिबान कन्नै कल भी परसों भी मिले, उन्हें आखेआ दिवाली कोला पैह्लें मिली जाओ। तो मैं बीजेपी की विधायक दी आखना चाहना, एसजी मलोर सैना दी आखना चाहना, असें दिवाली मनानी जां तुंदा मातम मनाना? असें ओह् मातम असें मनाना कल असें कुछ भी होग आपूं 2-2 4-4 रुपये पाइयै इत्थे दीपक ते इत्थे मोमबत्तियां बालियां ते बच्चे कोला मूंह सपाइयै ते असें इत्थे बौह्ना, इत्थे पिट्टना, इत्थे रोना। असें आखना अगर साढ़े वास्ते अगर कोई है ते बीजेपी मुर्दाबाद, बीजेपी मुर्दाबाद, बीजेपी मुर्दाबाद। अज्ज रविंदर रैना और साढ़ी मैडम होर इंटरव्यू लैंदे आ, आखदा तमाम डेली बेजर जेह्के साढ़े ओह् साढ़े दोस्त ने, ओह् डेली बेज दा दुख मिगी दुख है ते तू मठाइयां खाना घर ते साढ़े बच्चे दी थोआ दा कक्ख नहीं। साढ़े बच्चे पटाके कोला तरसा दे, साढ़े बच्चे कपड़े कोला तरसा दे ते लोकें दे बच्चे अष्टबाइयां ठुआलङन ते साढ़े बच्चे दिक्खङन ओह् बब्ब केह् करग अंदरा बिच, ओह् सुसाइड करग जां मरग जां केह् करग। लेकिन तुंदे माधव कन्नै आखा दे अस इंतजार करा दे ना। किते वजह तो नहीं है कि बड़े सारे सरकारी डिपार्टमेंट जिन्हें मुलाजमा ने काम किया मोस्टली जिन्होंने सुसाइड भी तुहानू भी पता होना कि उन्होंने सुसाइड भी अटैम्प्ट किया है किसी ना मतलब वजह किते ना किते जेड़ी है वो हुई तो नहीं समझते? मैम जी सुसाइड करना नहीं, एक साल का त्यौहार सब तो बड़ा दिवाली होंदी है। अगर दिवाली हो जाए तो बड़े बड़े त्यौहार होंदे ना ते बच्चे दे सूस भी मंगदे, बाकी आह्ले लाई पाइयै रौहन ते साढ़े बच्चे लान नहीं है ते सुसाइड आटोमैटिक बनी जंदा। लोकें दे बर्फियां मठाइयां खान, बच्चे सब कुछ दिक्खन, साढ़े बच्चे लोकें दा तमाशा दिक्खन, ओह् बनदा। लेकिन मैं अपने साथी दी आखना कट सुझार दी सुसाइड नहीं करनी, असें बीजेपी दा मुकाबला करना। बीजेपी दी आंदा असें इन्हां दी बाहर दा रस्ता दिसना, एह् जनता दी पता। इलेक्शन भी आने वाले ने, इलेक्शन आउंदे उंदा इंतजार कराया, असें मरना नहीं आ, रब मारग ते मरगे। लेकिन बीजेपी दी असें ओह् दिसना जेह्का उंदे लोकें दा असें बाहर दा रस्ता दस्सेआ, इन्हें दी बाहर दा रस्ता दसगे। इंदी एक सीट पा 8 सीटां लैंदियां, 8 पा 11 सीटां लैंदियां, 11 भरा 25 आंदियां। अज्ज बड़े बड़े मेयर बना दे अपना घर, एक मेयर दा घर भरोचेआ, दूए दी होर बनाई ओड़ेआ ते बड़े बड़े लोकें पकड़ी अपनी पार्टी बिच आंदा दिया। उन्हें दी पैसे का बल्ले शैल घमंड होई गेदा, लेकिन गरीबा दा दुख दर्द नहीं दिक्खा दिया। अज घट्ट सजा डेली बेज असें डटिया मुकाबला करना। जित्थे इंदी रैली जे इलेक्शन तो पहला ही तो ਤੁਹਾਡੇ वास्ते कोई खुशखबरी आ जाती जो कोई तोहफा आ जाता फिर वोट पाना? मैडम जी भूखे को रोटी चाहिए, प्यासे को पानी चाहिए, ते आखते ना हमें क्या लेना देना, हमें पार्टी पॉलिटिक्स की नहीं है। फिर हम बोलेंगे भारतीय जनता पार्टी जिंदाबाद जिंदाबाद, क्योंकि हम वोट बढ़ चढ़ के दिया था। फिर हम गलती नहीं करेंगे, हमारे लिए यही सरकार है। उस वेले सारा दुख भुल जाना, ये सारी हड़ताल जिन्ना तुसी टाइम इत्थे जिन्ना तुसी दुख भुगते रहे वो सारा उस वेले भुल जाना। मैम जी एक बूटा लांदा, बूटे की अगर परवरिश करते उस बूटे की फल पाਉਂदा ते माली बागवान का बड़ा रूह खुश होंदा। अगर साढ़े वास्ते सोचन तो मिगी उम्मीद नहीं इंदे वास्ते सोचने की, क्योंकि आखा दे असें 50 दा पार जाना, इन्हें दी नशा घमंड होई गेदा। लेकिन एक मुलाजिम तो छोड़ो बाहर दी जनता भी दुखी है। ये रैलियां दिखदे जिसलै पगड़ी पगड़ी बंदे लियाते आखदे नंद बज्जे दा ही बड़ी रैली है साढ़े कन्नै, अस दी परवाह नहीं है। 25 लाख वोटर जेड़ा है 25 लाख वोटर जेह्का ना ओह्दा बाद च लग्गे दा साढ़े पर बड़े मददगार है। राजपूत सभा, डोगरा संगठन जिन्ने भी हैन बजरंगी दल यार सारे सपोर्टर हैं, सारे दुख जानते हैं। कट सजा डेली में डटिया मुकाबला करग, इन्हें बाहर का रस्ता दसग। अस 10 लाख जेह्के हमारे रिश्तेदार सारे साढ़े है ना 10 लाख वोट अस डटिया मुकाबला करगे। ये बाहर सार वाले जेह्के आए दे ना असें इ'यां गै नसाई देना, ये बीजेपी वाले दा बाड़े ना अस नहीं बसना। ते तुसी सुनिया कि सारे लोगों ने दिवाली मनानी है कल, सारे लोगों की दिवाली होएगी, सारियां दे घर जेड़े ने वो चमकणगे, लाइटां लगी दियां होणगी। लेकिन ये सारे लोग इत्थे ही आके प्रोटेस्ट करनगे जिस तरह 2 साल दे करे करते हैं। इस तरह ही इंदी हंगर स्ट्राइक जेड़ी है, काम छोड़ हड़ताल जेड़ी है वो कंटिन्यू चलेगी। वजह यह है कि जो वादे इनदे नाल कीते गए सी, जिन वादियां दे उपर इन्होंने वोट दिता सी एक पार्टी नूं उम्मीद करके कि ये पार्टी साडे वास्ते कुछ करेगी, साडे वास्ते कोई पॉलिसी बनाएगी, वो पार्टी इंदी गल्लां ते सुनदी है, इन्हां नूं आश्वासन ते दिंदी है, पर जिसले बारी आंदी है किसी रिजल्ट दी, जिसले बारी आंदी है जवाब दी, उस वेले इन लोगों को बाहर का रस्ता जोड़ा है वो दस दिता जाता है। इस बार इन्होंने साफ कह दिता जे इस बार साड़ी पॉलिसी कोई नहीं बनाई गई उस वेले
ਫਿਰ ਅਸੀਂ ਦੱਸਾਂਗੇ ਕਿ ਆਮ ਜਨਤਾ ਦੀ, ਆਮ ਆਦਮੀ ਦੀ ਤਾਕਤ ਜਿਹੜੀ ਹੈ ਉਹ ਕੀ ਹੁੰਦੀ ਹੈ, ਖਾਸ ਕਰਕੇ ਜੰਮੂ ਕਸ਼ਮੀਰ ਦੇ ਲੋਕਾਂ ਦੀ, ਡੋਗਰਿਆਂ ਦੀ ਜਿਹੜੀ ਤਾਕਤ ਹੈ, ਫਿਰ ਉਸ ਵੇਲੇ ਇਲੈਕਸ਼ਨਸ 'ਚ ਇਹ ਸਾਰੇ ਲੋਕ ਦੱਸਣਗੇ।